ਇੱਕ ਵਾਰ ਦੀ ਗੱਲ ਹੈ, ਰਿਤਿਕ ਨੂੰ ਇੱਕ ਵੱਡਾ ਆਫਰ ਮਿਲਿਆ। ਇੱਕ ਵਿਦੇਸ਼ੀ ਕੰਪਨੀ ਉਸਦਾ ਬਿਜ਼ਨਸ ਖਰੀਦਣਾ ਚਾਹੁੰਦੀ ਸੀ। ਰਕਮ ਇੰਨੀ ਵੱਡੀ ਸੀ ਕਿ ਕੋਈ ਹੋਰ ਹੁੰਦਾ ਤਾਂ ਤੁਰੰਤ ਹਾਂ ਕਰ ਦਿੰਦਾ, ਪਰ ਉਸ ਡੀਲ ਵਿੱਚ ਇੱਕ ਸ਼ਰਤ ਸੀ। ਉਹਨਾਂ ਨੂੰ ਪ੍ਰੋਡਕਟ ਦੀ ਕੁਆਲਿਟੀ ਘਟਾਉਣੀ ਪਵੇਗੀ ਤਾਂ ਜੋ ਵੱਧ ਪ੍ਰੋਫਿਟ ਕਮਾਇਆ ਜਾ ਸਕੇ। ਜੇ ਉਹ ਹਾਂ ਕਰ ਦਿੰਦਾ ਤਾਂ ਇੱਕ ਪਲ ਵਿੱਚ ਕਰੋੜਪਤੀ ਬਣ ਸਕਦਾ ਸੀ, ਪਰ ਉਹ ਗਾਹਕਾਂ ਦੇ ਵਿਸ਼ਵਾਸ ਨੂੰ ਤੋੜਨਾ ਨਹੀਂ ਚਾਹੁੰਦਾ ਸੀ। ਜੇ ਮਨਾ ਕਰਦਾ ਤਾਂ ਸ਼ਾਇਦ ਬਿਜ਼ਨਸ ਦੀ ਬਾਤ ਰੁਕ ਜਾਂਦੀ। ਉਸ ਰਾਤ ਉਸਨੇ ਬਹੁਤ ਸੋਚਿਆ। ਪਹਿਲਾਂ ਵਾਲਾ ਰਿਤਿਕ ਸ਼ਾਇਦ ਤੁਰੰਤ ਹਾਂ ਕਰ ਦਿੰਦਾ, ਕਿਉਂਕਿ ਪੈਸਾ ਤੇ ਸ਼ੌਹਰਤ ਉਸਨੂੰ ਖਿੱਚ ਲੈਂਦੇ। ਪਰ ਹੁਣ ਉਸਨੇ ਆਪਣੇ ਆਪ ਤੋਂ ਪੁੱਛਿਆ, ਕੀ ਇਹ ਮੇਰੀ ਕਮਿਟਮੈਂਟ ਹੈ? ਕੀ ਮੈਂ ਇਸ ਤਰ੍ਹਾਂ ਆਪਣੇ ਮੁੱਲਾਂ ਨਾਲ ਸਮਝੌਤਾ ਕਰ ਲਵਾਂਗਾ? ਕੀ ਮੈਂ ਆਪਣੇ ਆਪ ਨੂੰ ਪ੍ਰਭੂ ਦੇ ਸਾਹਮਣੇ ਇਮਾਨਦਾਰ ਰੱਖ ਸਕਾਂਗਾ? ਸਵੇਰੇ ਉਸਨੇ ਉਹ ਡੀਲ ਠੁਕਰਾ ਦਿੱਤੀ। ਸਭ ਨੇ ਕਿਹਾ ਕਿ ਤੂੰ ਮੂਰਖ ਹੈ, ਇੰਨਾ ਵੱਡਾ ਮੌਕਾ ਗਵਾ ਦਿੱਤਾ। ਪਰ ਅੰਦਰੋਂ ਉਸਨੂੰ ਇੱਕ ਅਜੀਬ ਜਿਹੀ ਸ਼ਾਂਤੀ ਮਿਲੀ। ਉਸਨੂੰ ਲੱਗਾ ਜਿਵੇਂ ਦਿਲ ਤੋਂ ਕੋਈ ਬੋਝ ਹਟ ਗਿਆ ਹੋਵੇ। ਇਹੀ ਅਸਲੀ ਸਮਰਪਣ ਹੈ, ਆਪਣੀ ਆਤਮਾ ਦੇ ਇਮਾਨਦਾਰੀ ਦੇ ਅੱਗੇ ਝੁਕ ਜਾਣਾ। ਸਮਰਪਣ ਦਾ ਮਤਲਬ ਹਾਰ ਮੰਨਣਾ ਨਹੀਂ, ਬਲਕਿ ਇਹ ਮੰਨਣਾ ਹੈ ਕਿ ਸਾਨੂੰ ਹਰ ਚੀਜ਼ ਕੰਟਰੋਲ ਕਰਨ ਦੀ ਲੋੜ ਨਹੀਂ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰੀਏ ਤੇ ਬਾਕੀ ਭਰੋਸੇ ਤੇ ਛੱਡ ਦਈਏ। ਜਦੋਂ ਇਨਸਾਨ ਇਹ ਸਮਝ ਲੈਂਦਾ ਹੈ, ਤਦ ਹੀ ਅਸਲੀ ਬਦਲਾਵ ਸ਼ੁਰੂ ਹੁੰਦੇ ਹਨ। ਰਿਤਿਕ ਨੇ ਆਪਣੀ ਜ਼ਿੰਦਗੀ ਵਿੱਚ ਇਹ ਪੈਟਰਨ ਦੇਖਣਾ ਸ਼ੁਰੂ ਕੀਤਾ। ਜਦੋਂ ਵੀ ਉਹ ਹਰ ਚੀਜ਼ ਨੂੰ ਆਪਣੇ ਬਸ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਤਾਂ ਗੱਲਾਂ ਉਲਝ ਜਾਂਦੀਆਂ, ਪਰ ਜਦੋਂ ਉਹ ਇਮਾਨਦਾਰੀ ਨਾਲ ਮਿਹਨਤ ਕਰਦਾ ਤੇ ਬਾਕੀ ਪ੍ਰਭੂ ਤੇ ਛੱਡ ਦਿੰਦਾ, ਤਦ ਰਸਤੇ ਆਪਣੇ ਆਪ ਖੁੱਲਦੇ ਜਾਂਦੇ। ਇਹ ਗੱਲ ਉਸਨੇ ਆਪਣੇ ਦੋਸਤ ਨੂੰ ਵੀ ਸਮਝਾਈ, ਜੋ ਨਸ਼ੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਰਿਤਿਕ ਨੇ ਕਿਹਾ, ਵੇਖ, ਜਦ ਤੱਕ ਤੂੰ ਸੋਚਦਾ ਰਹੇਗਾ ਕਿ ਸਭ ਕੁਝ ਤੇਰੇ ਬਸ ਵਿੱਚ ਹੈ, ਤੂੰ ਵਾਰ-ਵਾਰ ਡਿੱਗਦਾ ਰਹੇਗਾ। ਪਰ ਜਦੋਂ ਤੂੰ ਮੰਨੇਗਾ ਕਿ ਤੈਨੂੰ ਮਦਦ ਚਾਹੀਦੀ ਹੈ ਤੇ ਆਪਣੇ ਆਪ ਨੂੰ ਪ੍ਰਭੂ ਦੇ ਹਵਾਲੇ ਕਰੇਗਾ, ਤਦ ਹੀ ਅਸਲੀ ਬਦਲਾਵ ਆਵੇਗਾ। ਉਸਦਾ ਦੋਸਤ ਹੌਲੀ-ਹੌਲੀ ਰਿਕਵਰੀ ਵੱਲ ਵਧਣ ਲੱਗਾ। ਉਸਨੇ ਨਸ਼ਾ ਛੱਡਣ ਦਾ ਫੈਸਲਾ ਕੀਤਾ ਤੇ ਰਿਤਿਕ ਦੀ ਮਦਦ ਨਾਲ ਰੀਹੈਬ ਸੈਂਟਰ ਵੀ ਗਿਆ। ਇਹ ਸਫ਼ਰ ਆਸਾਨ ਨਹੀਂ ਸੀ, ਪਰ ਉਸਨੇ ਵੀ ਸਿੱਖ ਲਿਆ ਸੀ ਕਿ ਅਸਲੀ ਤਾਕਤ ਸਮਰਪਣ ਵਿੱਚ ਹੈ, ਅਹੰਕਾਰ ਵਿੱਚ ਨਹੀਂ। ਰਿਤਿਕ ਦੀ ਇਹ ਯਾਤਰਾ ਸਾਨੂੰ ਇਹੀ ਸਿਖਾਉਂਦੀ ਹੈ ਕਿ ਅਸਲੀ ਬਦਲਾਵ ਤਦ ਹੀ ਆਉਂਦਾ ਹੈ ਜਦੋਂ ਅਸੀਂ ਆਪਣਾ ਅਹੰਕਾਰ ਛੱਡ ਦਿੰਦੇ ਹਾਂ। ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਅਸੀਂ ਸਭ ਕੁਝ ਆਪਣੇ ਆਪ ਨਹੀਂ ਕਰ ਸਕਦੇ, ਸਾਨੂੰ ਰਸਤਾ ਚਾਹੀਦਾ ਹੈ, ਸਾਨੂੰ ਮਾਰਗਦਰਸ਼ਨ ਚਾਹੀਦਾ ਹੈ, ਅਤੇ ਇਹ ਮਾਰਗਦਰਸ਼ਨ ਤਦ ਹੀ ਮਿਲਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਸਾਹਮਣੇ ਝੁਕਾ ਦਿੰਦੇ ਹਾਂ। ਸਮਰਪਣ ਅਤੇ ਕਮਿਟਮੈਂਟ ਦਾ ਇਹ ਮਤਲਬ ਨਹੀਂ ਕਿ ਅਸੀਂ ਕੋਸ਼ਿਸ਼ ਕਰਨੀ ਛੱਡ ਦਈਏ। ਇਸ ਦਾ ਮਤਲਬ ਇਹ ਹੈ ਕਿ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰੀਏ ਤੇ ਫਿਰ ਨਤੀਜੇ ਨੂੰ ਸਵੀਕਾਰ ਕਰਨ ਦਾ ਸਾਹਸ ਰੱਖੀਏ। ਅਗਰ ਮਦਦ ਦੀ ਜ਼ਰੂਰਤ ਹੈ ਤਾਂ ਮਦਦ ਲੈਣ ਤੋਂ ਪਿੱਛੇ ਨਾ ਹਟੀਏ। ਇਹੋ ਉਹ ਕਦਮ ਸੀ ਜਿੱਥੇ ਅੰਦਰੋਂ ਬਦਲਾਵ ਦੀ ਸ਼ੁਰੂਆਤ ਹੋਈ। ਹੁਣ ਰਿਤਿਕ ਪਹਿਲਾਂ ਨਾਲੋਂ ਕਾਫੀ ਖੁਸ਼ ਅਤੇ ਸੰਤੁਲਿਤ ਇਨਸਾਨ ਬਣ ਚੁੱਕਾ ਸੀ। ਉਸਦਾ ਬਿਜ਼ਨਸ ਚੱਲ ਰਿਹਾ ਸੀ, ਪਰ ਹੁਣ ਉਹ ਸਿਰਫ ਇੱਕ ਬਿਜ਼ਨਸਮੈਨ ਨਹੀਂ ਸੀ, ਉਹ ਇੱਕ ਐਸਾ ਇਨਸਾਨ ਸੀ ਜਿਸਨੇ ਆਪਣੀ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਨਾਲ ਜੀਣਾ ਸਿੱਖ ਲਿਆ ਸੀ। ਉਹ ਜਾਣਦਾ ਸੀ ਕਿ ਜਦ ਤੱਕ ਇਨਸਾਨ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦਾ, ਤਦ ਤੱਕ ਅਸਲੀ ਬਦਲਾਵ ਨਹੀਂ ਆਉਂਦਾ। ਉਸਦੀ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ, ਜ਼ਿੰਦਗੀ ਦਾ ਅਸਲੀ ਮੋੜ ਤਦ ਆਉਂਦਾ ਹੈ ਜਦੋਂ ਅਸੀਂ ਆਪਣੇ ਡਰ ਅਤੇ ਅਹੰਕਾਰ ਨੂੰ ਛੱਡ ਕੇ ਪੂਰੀ ਨਿਸ਼ਠਾ ਨਾਲ ਅੱਗੇ ਵਧਦੇ ਹਾਂ। ਜਦੋਂ ਅਸੀਂ ਮੰਨ ਲੈਂਦੇ ਹਾਂ ਕਿ ਸਾਡੀ ਤਾਕਤ ਸੀਮਿਤ ਹੈ ਅਤੇ ਅਸਲੀ ਤਾਕਤ ਉੱਪਰ ਵਾਲੇ ਤੋਂ ਮਿਲਦੀ ਹੈ, ਤਦ ਹੀ ਸਾਡੀ ਜ਼ਿੰਦਗੀ ਸੱਚਮੁੱਚ ਬਦਲਦੀ ਹੈ। ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਇਹੀ ਹੈ ਕਿ ਬਦਲਾਵ ਦੀ ਸ਼ੁਰੂਆਤ ਸਮਰਪਣ ਅਤੇ ਕਮਿਟਮੈਂਟ ਨਾਲ ਹੁੰਦੀ ਹੈ। ਜਦੋਂ ਇਨਸਾਨ ਆਪਣੇ ਆਪ ਨੂੰ ਛੱਡ ਕੇ ਪ੍ਰਭੂ ਤੇ ਭਰੋਸਾ ਕਰਦਾ ਹੈ, ਤਦ ਹੀ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਰਿਤਿਕ ਦੀ ਜ਼ਿੰਦਗੀ ਹੁਣ ਬਿਲਕੁਲ ਬਦਲ ਚੁੱਕੀ ਸੀ। ਪਹਿਲਾਂ ਉਹ ਇਨਸਾਨ ਸੀ ਜੋ ਮੌਕੇ ਦਾ ਇੰਤਜ਼ਾਰ ਕਰਦਾ ਸੀ। ਫਿਰ ਉਸਨੇ ਸਿੱਖਿਆ ਕਿ ਮੌਕੇ ਖੁਦ ਬਣਾਉਣੇ ਪੈਂਦੇ ਹਨ। ਫਿਰ ਉਸਨੇ ਸਮਝਿਆ ਕਿ ਅਸਲੀ ਵਿਸ਼ਵਾਸ ਦਾ ਮਤਲਬ ਡਰ ਦੇ ਬਾਵਜੂਦ ਅੱਗੇ ਕਦਮ ਵਧਾਉਣਾ ਹੈ। ਆਖਿਰਕਾਰ ਉਸਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਦਾ ਅਸਲੀ ਬਦਲਾਵ ਤਦ ਹੀ ਆਉਂਦਾ ਹੈ ਜਦੋਂ ਇਨਸਾਨ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ ਅਤੇ ਇਮਾਨਦਾਰੀ ਨਾਲ ਅੱਗੇ ਵਧਦਾ ਹੈ। ਹੁਣ ਰਿਤਿਕ ਦੀ ਸੋਚ ਹੋਰ ਵੀ ਗਹਿਰੀ ਹੋ ਗਈ ਸੀ, ਪਰ ਉਸਦੇ ਮਨ ਵਿੱਚ ਇੱਕ ਸਵਾਲ ਅਕਸਰ ਘੁੰਮਦਾ ਸੀ, ਮੈਂ ਹੁਣ ਦੂਜਿਆਂ ਲਈ ਕੀ ਕਰ ਸਕਦਾ ਹਾਂ? ਕੀ ਵੱਡਾ ਕੰਮ ਕਰਨਾ ਲਾਜ਼ਮੀ ਹੈ ਤਾਂ ਕਿ ਸਮਾਜ ਬਦਲ ਸਕੇ? ਕੀ ਮੈਨੂੰ ਮਸ਼ਹੂਰ ਹੋਣਾ ਪਵੇਗਾ ਤਾਂ ਕਿ ਲੋਕ ਮੇਰੇ ਤੋਂ ਪ੍ਰੇਰਨਾ ਲੈਣ? ਉਸਦੇ ਅੰਦਰ ਇਹ ਕਸ਼ਮਕਸ਼ ਚੱਲ ਰਹੀ ਸੀ। ਇੱਕ ਦਿਨ ਉਹ ਆਪਣੇ ਦਫ਼ਤਰ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਉਸਨੇ ਵੇਖਿਆ ਕਿ ਇੱਕ ਬਜ਼ੁਰਗ ਔਰਤ ਸੜਕ ਕਿਨਾਰੇ ਸਬਜ਼ੀਆਂ ਵੇਚ ਰਹੀ ਸੀ। ਉਹ ਬਹੁਤ ਥੱਕੀ ਹੋਈ ਲੱਗ ਰਹੀ ਸੀ। ਰਿਤਿਕ ਨੇ ਨੇੜੇ ਜਾ ਕੇ ਕਿਹਾ, ਮਾਤਾ, ਇੰਨੀ ਰਾਤ ਨੂੰ ਤੁਸੀਂ ਸਬਜ਼ੀਆਂ ਕਿਉਂ ਵੇਚ ਰਹੇ ਹੋ? ਹੁਣ ਤਾਂ ਸਬਜ਼ੀ ਮੰਡੀ ਵੀ ਖਾਲੀ ਹੋ ਚੁੱਕੀ ਹੈ। ਉਸ ਬਜ਼ੁਰਗ ਔਰਤ ਨੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਹਾ, ਬੇਟਾ, ਜੇ ਇਹ ਸਬਜ਼ੀ ਨਾ ਵੇਚ ਸਕੀ ਤਾਂ ਘਰ ਚੁੱਲ੍ਹਾ ਕਿਵੇਂ ਜਗੇਗਾ? ਜਦ ਤੱਕ ਆਖਰੀ ਟੋਕਰੀ ਨਹੀਂ ਵਿਕਦੀ, ਮੈਂ ਘਰ ਨਹੀਂ ਜਾ ਸਕਦੀ। ਰਿਤਿਕ ਦੇ ਦਿਲ ਵਿੱਚ ਇਹ ਗੱਲ ਬਹੁਤ ਗਹਿਰਾਈ ਨਾਲ ਛੂ ਗਈ। ਉਸਨੇ ਸਾਰੀਆਂ ਸਬਜ਼ੀਆਂ ਖਰੀਦ ਲਈਆਂ ਤੇ ਕਿਹਾ, ਹੁਣ ਤੁਸੀਂ ਆਰਾਮ ਨਾਲ ਘਰ ਜਾਓ।
ਉਸ ਬਜ਼ੁਰਗ ਮਹਿਲਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਉਸਨੇ ਕਿਹਾ, ਬੇਟਾ, ਅੱਜ ਤੂੰ ਮੇਰੇ ਲਈ ਪਰਮੇਸ਼ਰ ਦਾ ਕੰਮ ਕੀਤਾ ਹੈ। ਉਸ ਦਿਨ ਰਿਤਿਕ ਨੂੰ ਸਮਝ ਆ ਗਿਆ ਕਿ ਬਦਲਾਵ ਦਾ ਮਤਲਬ ਸਦਾ ਵੱਡਾ ਮੰਚ ਜਾਂ ਵੱਡੀ ਭੀੜ ਨਹੀਂ ਹੁੰਦੀ। ਅਸਲੀ ਬਦਲਾਵ ਉਸੇ ਥਾਂ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਤੁਸੀਂ ਖੜੇ ਹੋ, ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕਰਕੇ। ਉਸਨੇ ਇਹ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨੀ ਸ਼ੁਰੂ ਕੀਤੀ। ਹੁਣ ਉਹ ਹਰ ਰੋਜ਼ ਸੋਚਦਾ ਕਿ ਅੱਜ ਮੈਂ ਆਪਣੇ ਆਲੇ ਦੁਆਲੇ ਕਿਸ ਲਈ ਕੀ ਕਰ ਸਕਦਾ ਹਾਂ। ਕਈ ਵਾਰ ਉਹ ਆਪਣੇ ਦਫ਼ਤਰ ਦੇ ਗਾਰਡ ਨੂੰ ਚਾਹ ਪਿਲਾ ਦਿੰਦਾ, ਕਈ ਵਾਰ ਆਪਣੇ ਸਟਾਫ ਦੇ ਬੱਚਿਆਂ ਦੀ ਪੜ੍ਹਾਈ ਲਈ ਕਿਤਾਬਾਂ ਦਿਲਵਾ ਦਿੰਦਾ। ਹੌਲੀ-ਹੌਲੀ ਉਸਨੂੰ ਇਹ ਅਹਿਸਾਸ ਹੋਣ ਲੱਗਾ ਕਿ ਸੇਵਾ ਦਾ ਅਸਲੀ ਸੁੱਖ ਇੱਥੇ ਹੈ, ਬਿਨਾਂ ਕਿਸੇ ਸ਼ੌਹਰਤ ਦੇ, ਬਿਨਾਂ ਕਿਸੇ ਵੱਡੇ ਐਲਾਨ ਦੇ, ਸਿਰਫ ਚੁੱਪਚਾਪ ਦੂਜਿਆਂ ਦੀ ਮਦਦ ਕਰਨਾ। ਇੱਕ ਵਾਰੀ ਉਸਦੀ ਕਲੋਨੀ ਵਿੱਚ ਮੀਂਹ ਕਾਰਨ ਪਾਣੀ ਭਰ ਗਿਆ। ਲੋਕ ਪਰੇਸ਼ਾਨ ਸਨ, ਬੱਚਿਆਂ ਨੂੰ ਸਕੂਲ ਜਾਣ ਵਿੱਚ ਮੁਸ਼ਕਿਲ ਹੋ ਗਈ। ਰਿਤਿਕ ਨੇ ਖੁਦ ਲੋਕਾਂ ਨੂੰ ਇਕੱਠਾ ਕੀਤਾ, ਟਰੈਕਟਰ ਅਤੇ ਮਸ਼ੀਨਾਂ ਮੰਗਵਾਈਆਂ ਅਤੇ ਪਾਣੀ ਦਾ ਨਿਕਾਸ ਦਾ ਇੰਤਜ਼ਾਮ ਕੀਤਾ। ਕਿਸੇ ਨੇ ਪੁੱਛਿਆ, ਤੂੰ ਇਹ ਸਾਰਾ ਕੰਮ ਕਿਉਂ ਕਰ ਰਿਹਾ ਹੈ? ਤੂੰ ਤਾਂ ਵੱਡਾ ਬਿਜ਼ਨਸਮੈਨ ਹੈ, ਇਹ ਕੰਮ ਸਰਕਾਰ ਦਾ ਹੈ। ਰਿਤਿਕ ਨੇ ਮੁਸਕਰਾ ਕੇ ਜਵਾਬ ਦਿੱਤਾ, ਜੇ ਅਸੀਂ ਸਿਰਫ ਇੰਤਜ਼ਾਰ ਕਰਦੇ ਰਹਾਂਗੇ ਕਿ ਕੋਈ ਹੋਰ ਮਦਦ ਕਰਨ ਆਵੇਗਾ ਤਾਂ ਜ਼ਿੰਦਗੀ ਭਰ ਹਾਲਾਤ ਐਸੇ ਹੀ ਰਹਿਣਗੇ। ਬਦਲਾਵ ਹਮੇਸ਼ਾ ਉਸੇ ਥਾਂ ਤੋਂ ਸ਼ੁਰੂ ਹੁੰਦਾ ਹੈ ਜਿੱਥੇ ਅਸੀਂ ਖੜੇ ਹਾਂ। ਉਸਦੇ ਇਸ ਕੰਮ ਤੋਂ ਲੋਕ ਬਹੁਤ ਪ੍ਰਭਾਵਿਤ ਹੋਏ, ਪਰ ਰਿਤਿਕ ਨੇ ਕਦੇ ਵੀ ਇਸ ਨੂੰ ਆਪਣੀ ਉਪਲਬਧੀ ਨਹੀਂ ਬਣਾਇਆ। ਉਹ ਸਦਾ ਕਹਿੰਦਾ, ਮੈਂ ਕੁਝ ਵੱਡਾ ਨਹੀਂ ਕੀਤਾ, ਮੈਂ ਸਿਰਫ ਉਹ ਕੀਤਾ ਹੈ ਜੋ ਕਰਨਾ ਚਾਹੀਦਾ ਸੀ। ਹੌਲੀ-ਹੌਲੀ ਉਸਦਾ ਇਹ ਨਜ਼ਰੀਆ ਉਸਦੇ ਪਰਿਵਾਰ ਅਤੇ ਦੋਸਤਾਂ ਵਿੱਚ ਵੀ ਫੈਲਣ ਲੱਗਾ। ਉਸਦਾ ਛੋਟਾ ਭਰਾ ਕਾਲਜ ਵਿੱਚ ਪੜ੍ਹਦਾ ਸੀ। ਉਸਨੇ ਰਿਤਿਕ ਤੋਂ ਸਿੱਖਿਆ ਕਿ ਮਦਦ ਕਰਨ ਲਈ ਵੱਡੀ ਚੀਜ਼ ਦੀ ਲੋੜ ਨਹੀਂ ਹੁੰਦੀ। ਇੱਕ ਦਿਨ ਉਸਦੇ ਭਰਾ ਨੇ ਵੇਖਿਆ ਕਿ ਉਸਦਾ ਇੱਕ ਕਲਾਸਮੇਟ ਫੀਸ ਨਾ ਭਰ ਪਾਉਣ ਕਾਰਨ ਪੜ੍ਹਾਈ ਛੱਡਣ ਵਾਲਾ ਹੈ। ਉਸਨੇ ਆਪਣੀ ਪਾਕਟ ਮਨੀ ਬਚਾ ਕੇ ਦੋਸਤਾਂ ਨਾਲ ਮਿਲ ਕੇ ਉਸਦੀ ਫੀਸ ਭਰਨ ਵਿੱਚ ਮਦਦ ਕੀਤੀ। ਉਸ ਦਿਨ ਉਹ ਕਲਾਸਮੇਟ ਰੋ ਪਿਆ ਅਤੇ ਕਿਹਾ, ਤੂੰ ਮੇਰੀ ਜ਼ਿੰਦਗੀ ਬਚਾ ਲਈ। ਰਿਤਿਕ ਨੂੰ ਜਦੋਂ ਇਹ ਪਤਾ ਲੱਗਾ ਤਾਂ ਉਸਨੇ ਭਰਾ ਨੂੰ ਕਿਹਾ, ਇਹੀ ਅਸਲੀ ਕੰਮ ਹੈ। ਵੱਡਾ ਮੰਚ ਪਾਉਣ ਤੋਂ ਪਹਿਲਾਂ ਸਾਨੂੰ ਆਪਣੇ ਆਲੇ ਦੁਆਲੇ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਰਿਤਿਕ ਹੁਣ ਸਮਝ ਗਿਆ ਸੀ ਕਿ ਪਰਮੇਸ਼ਰ ਨੇ ਹਰ ਇਨਸਾਨ ਨੂੰ ਇੱਕ ਥਾਂ, ਇੱਕ ਮਾਹੌਲ ਅਤੇ ਕੁਝ ਮੌਕੇ ਦਿੱਤੇ ਹਨ। ਸਾਨੂੰ ਉੱਥੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿਵੇਂ ਕੋਈ ਪੇੜ ਉਸੇ ਥਾਂ ਉੱਗਦਾ ਹੈ ਜਿੱਥੇ ਉਸਦਾ ਬੀਜ ਡਿੱਗਿਆ ਹੁੰਦਾ ਹੈ। ਜੇ ਉਹ ਬੀਜ ਸੋਚਦਾ ਰਹੇ ਕਿ ਕਾਸ਼ ਮੈਂ ਕਿਸੇ ਵੱਡੇ ਬਗੀਚੇ ਵਿੱਚ ਹੁੰਦਾ, ਤਾਂ ਕਦੇ ਪੇੜ ਨਹੀਂ ਬਣ ਪਾਉਂਦਾ। ਪਰ ਜਦੋਂ ਉਹ ਉੱਥੋਂ ਹੀ ਵਧਣਾ ਸ਼ੁਰੂ ਕਰਦਾ ਹੈ ਤਾਂ ਹੌਲੀ-ਹੌਲੀ ਉਸਦੀ ਛਾਂ ਦੂਰ-ਦੂਰ ਤੱਕ ਫੈਲ ਜਾਂਦੀ ਹੈ। ਇਸੇ ਤਰ੍ਹਾਂ ਇਨਸਾਨ ਦਾ ਕੰਮ ਵੀ ਇਹ ਹੈ ਕਿ ਉਹ ਜਿੱਥੇ ਖੜਾ ਹੈ ਉੱਥੋਂ ਹੀ ਸੇਵਾ ਕਰਨਾ ਸ਼ੁਰੂ ਕਰੇ। ਚਾਹੇ ਉਹ ਪੜੋਸੀ ਦੀ ਮਦਦ ਹੋਵੇ, ਕਿਸੇ ਦੋਸਤ ਦਾ ਸਹਾਰਾ ਬਣਨਾ ਹੋਵੇ ਜਾਂ ਕਿਸੇ ਅਣਜਾਣ ਦੀ ਤਕਲੀਫ ਨੂੰ ਦੂਰ ਕਰਨਾ ਹੋਵੇ। ਰਿਤਿਕ ਦੀ ਇਹ ਆਦਤ ਹੁਣ ਉਸਦੀ ਪਹਿਚਾਣ ਬਣ ਚੁੱਕੀ ਸੀ। ਇੱਕ ਦਿਨ ਜਦੋਂ ਉਸਦੇ ਦਫ਼ਤਰ ਵਿੱਚ ਇੱਕ ਨਵਾਂ ਕਰਮਚਾਰੀ ਆਇਆ, ਰਿਤਿਕ ਨੇ ਉਸਨੂੰ ਖੁਦ ਗਾਈਡ ਕੀਤਾ, ਉਸਨੂੰ ਟ੍ਰੇਨਿੰਗ ਦਿੱਤੀ ਅਤੇ ਉਸਦੇ ਪਰਿਵਾਰ ਨਾਲ ਵੀ ਮਿਲਿਆ। ਕਰਮਚਾਰੀ ਨੇ ਕਿਹਾ, ਸਰ, ਮੈਂ ਕਦੇ ਨਹੀਂ ਸੋਚਿਆ ਸੀ ਕਿ ਤੁਹਾਡੇ ਜਿੱਡਾ ਵੱਡਾ ਆਦਮੀ ਸਾਡੇ ਵਰਗੇ ਛੋਟੇ ਲੋਕਾਂ ਦੀ ਇੰਨੀ ਚਿੰਤਾ ਕਰੇਗਾ। ਰਿਤਿਕ ਨੇ ਜਵਾਬ ਦਿੱਤਾ, ਜੇ ਮੈਂ ਸਿਰਫ ਵੱਡਾ ਬਣਨ ਲਈ ਕੰਮ ਕਰਾਂ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਭੁੱਲ ਜਾਵਾਂ ਤਾਂ ਮੇਰੀ ਸਫਲਤਾ ਦਾ ਕੋਈ ਮਤਲਬ ਨਹੀਂ। ਉਸਦੇ ਇਹ ਛੋਟੇ-ਛੋਟੇ ਕੰਮ ਹੌਲੀ-ਹੌਲੀ ਵੱਡਾ ਪ੍ਰਭਾਵ ਪਾਉਣ ਲੱਗੇ। ਉਸਦੀ ਕਲੋਨੀ ਵਿੱਚ ਲੋਕ ਇੱਕ ਦੂਜੇ ਦੀ ਮਦਦ ਕਰਨ ਲੱਗੇ। ਉਸਦੇ ਦਫ਼ਤਰ ਦੇ ਕਰਮਚਾਰੀ ਸਿਰਫ ਨੌਕਰੀ ਕਰਨ ਵਾਲੇ ਨਹੀਂ ਰਹੇ, ਬਲਕਿ ਇੱਕ ਪਰਿਵਾਰ ਦੀ ਤਰ੍ਹਾਂ ਹੋ ਗਏ। ਉਸਦੇ ਦੋਸਤਾਂ ਨੇ ਵੀ ਆਪਣੀ-ਆਪਣੀ ਜਗ੍ਹਾ ਸੇਵਾ ਦਾ ਕੰਮ ਸ਼ੁਰੂ ਕੀਤਾ। ਰਿਤਿਕ ਹੁਣ ਅਕਸਰ ਕਹਿੰਦਾ ਸੀ, ਅਸੀਂ ਸੋਚਦੇ ਹਾਂ ਕਿ ਸਮਾਜ ਬਦਲਣ ਲਈ ਵੱਡਾ ਮੰਚ ਚਾਹੀਦਾ ਹੈ, ਵੱਡੀ ਤਾਕਤ ਚਾਹੀਦੀ ਹੈ, ਪਰ ਸੱਚਾਈ ਇਹ ਹੈ ਕਿ ਸਮਾਜ ਛੋਟੇ-ਛੋਟੇ ਕੰਮਾਂ ਤੋਂ ਬਦਲਦਾ ਹੈ। ਜੇ ਹਰ ਇਨਸਾਨ ਆਪਣੇ ਪੜੋਸੀ ਦਾ ਖਿਆਲ ਰੱਖੇ ਤਾਂ ਪੂਰਾ ਮੁਹੱਲਾ ਬਦਲ ਜਾਵੇਗਾ। ਜੇ ਹਰ ਮੁਹੱਲਾ ਬਦਲ ਜਾਏ ਤਾਂ ਪੂਰਾ ਸ਼ਹਿਰ ਬਦਲ ਜਾਏਗਾ, ਤੇ ਜੇ ਪੂਰਾ ਸ਼ਹਿਰ ਬਦਲ ਜਾਏ ਤਾਂ ਪੂਰਾ ਦੇਸ਼ ਬਦਲ ਜਾਏਗਾ। ਉਸਦੀ ਇਹ ਸੋਚ ਹੁਣ ਇੱਕ ਅੰਦੋਲਨ ਵਰਗੀ ਬਣ ਗਈ ਸੀ। ਪਰ ਰਿਤਿਕ ਨੇ ਕਦੇ ਵੀ ਇਸ ਨੂੰ ਅੰਦੋਲਨ ਨਹੀਂ ਕਿਹਾ ਸੀ। ਉਹ ਸਦਾ ਕਹਿੰਦਾ ਸੀ, ਮੈਂ ਸਿਰਫ ਆਪਣੇ ਹਿੱਸੇ ਦਾ ਕੰਮ ਕੀਤਾ ਹੈ, ਬਾਕੀ ਸਾਰੇ ਆਪਣੇ ਹਿੱਸੇ ਦਾ ਕੰਮ ਕਰਨ ਤਾਂ ਦੁਨੀਆ ਆਪਣੇ ਆਪ ਬਿਹਤਰ ਹੋ ਜਾਵੇਗੀ। ਰਿਤਿਕ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਵੱਡਾ ਮੰਚ ਜਾਂ ਸ਼ੌਹਰਤ ਜ਼ਰੂਰੀ ਨਹੀਂ। ਅਸਲੀ ਕੰਮ ਉੱਥੋਂ ਹੀ ਸ਼ੁਰੂ ਹੁੰਦਾ ਹੈ ਜਿੱਥੇ ਤੁਸੀਂ ਖੜੇ ਹੋ। ਤੁਹਾਡੇ ਆਲੇ ਦੁਆਲੇ ਕਿੰਨੇ ਲੋਕ ਹਨ ਜੋ ਥੋੜੀ ਜਿਹੀ ਮਦਦ ਨਾਲ ਆਪਣੀ ਜ਼ਿੰਦਗੀ ਬਦਲ ਸਕਦੇ ਹਨ। ਜ਼ਿੰਦਗੀ ਦਾ ਅਸਲੀ ਮਕਸਦ ਇਹੀ ਹੈ, ਸੇਵਾ ਕਰਨਾ, ਅਤੇ ਸੇਵਾ ਕਰਨ ਲਈ ਕਿਸੇ ਖਾਸ ਦਿਨ, ਕਿਸੇ ਵੱਡੇ ਮੰਚ ਜਾਂ ਕਿਸੇ ਵੱਡੀ ਤਾਕਤ ਦੀ ਲੋੜ ਨਹੀਂ। ਬਸ ਅੱਜ, ਹੁਣ ਅਤੇ ਇੱਥੋਂ ਹੀ ਸ਼ੁਰੂਆਤ ਕਰਨੀ ਹੁੰਦੀ ਹੈ। ਰਿਤਿਕ ਦੀਆਂ ਅੱਖਾਂ ਵਿੱਚ ਹੁਣ ਹਮੇਸ਼ਾ ਸੰਤੋਸ਼, ਸਬਰ ਦੀ ਚਮਕ ਰਹਿੰਦੀ ਸੀ, ਕਿਉਂਕਿ ਉਸਨੇ ਸਮਝ ਲਿਆ ਸੀ ਕਿ ਕੁਝ ਕਰਨਾ ਮਤਲਬ ਅਸਮਾਨ ਛੂਹਣਾ ਨਹੀਂ, ਬਲਕਿ ਦੂਜਿਆਂ ਦੀ ਜ਼ਿੰਦਗੀ ਵਿੱਚ ਥੋੜੀ ਰੋਸ਼ਨੀ ਲਿਆਉਣਾ ਹੈ। ਅਤੇ ਇਹ ਕੰਮ ਅਸੀਂ ਸਾਰੇ ਕਰ ਸਕਦੇ ਹਾਂ, ਪੜੋਸੀ ਲਈ, ਦੋਸਤ ਲਈ, ਕਿਸੇ ਅਣਜਾਣ ਲਈ। ਰਿਤਿਕ ਦੀ ਜ਼ਿੰਦਗੀ ਹੌਲੀ-ਹੌਲੀ ਬਦਲ ਰਹੀ ਸੀ।
ਉਸਨੇ ਆਪਣੇ ਛੋਟੇ-ਛੋਟੇ ਕੰਮਾਂ ਨਾਲ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਅੰਦਰ ਹੀ ਅੰਦਰ ਉਹ ਅਜੇ ਵੀ ਇੱਕ ਵੱਡੀ ਲੜਾਈ ਲੜ ਰਿਹਾ ਸੀ। ਇਹ ਲੜਾਈ ਸੀ ਡਰ, ਸ਼ੱਕ ਅਤੇ ਟਾਲ-ਮਟੋਲ ਦੀ। ਜਦੋਂ ਵੀ ਉਹ ਕਿਸੇ ਨਵੇਂ ਕੰਮ ਬਾਰੇ ਸੋਚਦਾ, ਉਸਦਾ ਮਨ ਕਹਿੰਦਾ, ਇਹ ਤੇਰੇ ਬਸ ਦੀ ਗੱਲ ਨਹੀਂ। ਜੇ ਤੂੰ ਕੋਸ਼ਿਸ਼ ਕੀਤੀ ਅਤੇ ਸਫਲ ਹੋ ਗਿਆ ਤਾਂ ਲੋਕ ਹੱਸਣਗੇ। ਤਦੇ ਸ਼ੱਕ ਉਸਨੂੰ ਜਕੜ ਲੈਂਦਾ ਕਿ ਸੱਚਮੁੱਚ ਤੂੰ ਕੁਝ ਬਦਲ ਸਕਦਾ ਹੈ। ਤੇਰੇ ਛੋਟੇ-ਛੋਟੇ ਕਦਮਾਂ ਦਾ ਕੀ ਅਸਰ ਹੋਵੇਗਾ। ਅਤੇ ਸਭ ਤੋਂ ਵੱਡਾ ਦੁਸ਼ਮਣ ਸੀ ਟਾਲ-ਮਟੋਲ। ਰਿਤਿਕ ਬਾਰ-ਬਾਰ ਸੋਚਦਾ, ਹੁਣ ਨਹੀਂ, ਕੱਲ ਤੋਂ ਸ਼ੁਰੂ ਕਰਾਂਗਾ। ਪਰ ਇਹ ਕੱਲ ਕਦੇ ਆਉਂਦਾ ਹੀ ਨਹੀਂ ਸੀ। ਇੱਕ ਦਿਨ ਰਿਤਿਕ ਨੂੰ ਇੱਕ ਮੌਕਾ ਮਿਲਿਆ। ਉਸਦੇ ਮੁਹੱਲੇ ਵਿੱਚ ਇੱਕ ਪਰਿਵਾਰ ਅਚਾਨਕ ਮੁਸ਼ਕਿਲ ਵਿੱਚ ਆ ਗਿਆ। ਪਰਿਵਾਰ ਦਾ ਕਮਾਉਣ ਵਾਲਾ ਵਿਅਕਤੀ ਬਿਮਾਰ ਹੋ ਗਿਆ ਅਤੇ ਘਰ ਦੀ ਹਾਲਤ ਖਰਾਬ ਹੋ ਗਈ। ਰਿਤਿਕ ਦੇ ਮਨ ਵਿੱਚ ਤੁਰੰਤ ਖਿਆਲ ਆਇਆ ਕਿ ਉਸਨੂੰ ਕੁਝ ਕਰਨਾ ਚਾਹੀਦਾ ਹੈ। ਪਰ ਫਿਰ ਉਹੀ ਡਰ ਅਤੇ ਸ਼ੱਕ ਨੇ ਉਸਨੂੰ ਜਕੜ ਲਿਆ। ਡਰ ਕਹਿ ਰਿਹਾ ਸੀ, ਤੇਰੇ ਕੋਲ ਆਪਣੇ ਪੈਸੇ ਕਿੰਨੇ ਹਨ, ਕਿਵੇਂ ਮਦਦ ਕਰੇਗਾ। ਅਤੇ ਸ਼ੱਕ ਕਹਿ ਰਿਹਾ ਸੀ, ਤੇਰੇ ਛੋਟੇ ਯੋਗਦਾਨ ਨਾਲ ਕੀ ਫਰਕ ਪਵੇਗਾ। ਅਤੇ ਟਾਲ-ਮਟੋਲ ਕਹਿ ਰਿਹਾ ਸੀ, ਚੱਲ ਕੱਲ ਸੋਚਦੇ ਹਾਂ, ਸ਼ਾਇਦ ਕੋਈ ਹੋਰ ਮਦਦ ਕਰ ਦੇਵੇ। ਰਾਤ ਭਰ ਰਿਤਿਕ ਸੋ ਨਹੀਂ ਸਕਿਆ। ਬਿਸਤਰ ਤੇ ਲੇਟ ਕੇ ਸੋਚਦਾ ਰਿਹਾ ਕਿ ਆਖਿਰ ਕਦ ਤੱਕ ਇਹ ਡਰ ਅਤੇ ਸ਼ੱਕ ਉਸਦੀ ਜ਼ਿੰਦਗੀ ਨੂੰ ਰੋਕਦੇ ਰਹਿਣਗੇ। ਤਦ ਉਸਨੂੰ ਬਚਪਨ ਦੀ ਇੱਕ ਗੱਲ ਯਾਦ ਆਈ। ਉਸਦੀ ਦਾਦੀ ਅਕਸਰ ਕਹਿੰਦੀ ਸੀ, ਡਰ ਰੱਬ ਦਾ ਦਿੱਤਾ ਨਹੀਂ ਹੈ, ਇਹ ਇਨਸਾਨ ਦੇ ਮਨ ਦੀ ਬਣਾਈ ਹੋਈ ਚੀਜ਼ ਹੈ। ਜਦੋਂ ਤੂੰ ਡਰ ਨੂੰ ਰੱਬ ਤੋਂ ਵੱਡਾ ਮੰਨ ਲੈਂਦਾ ਹੈ ਤਾਂ ਤੂੰ ਰੁਕ ਜਾਂਦਾ ਏ। ਪਰ ਜਦੋਂ ਤੂੰ ਰੱਬ ਤੇ ਭਰੋਸਾ ਕਰਦਾ ਹੈ ਤਾਂ ਡਰ ਛੋਟਾ ਹੋ ਜਾਂਦਾ ਹੈ। ਇਹ ਯਾਦ ਆਉਂਦਿਆਂ ਹੀ ਰਿਤਿਕ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਉਸਨੇ ਫੈਸਲਾ ਕੀਤਾ ਕਿ ਹੁਣ ਚਾਹੇ ਜਿੰਨਾ ਵੀ ਡਰ ਹੋਵੇ, ਉਹ ਕਦਮ ਜ਼ਰੂਰ ਉਠਾਏਗਾ। ਸਵੇਰੇ ਰਿਤਿਕ ਨੇ ਬਿਨਾਂ ਜ਼ਿਆਦਾ ਸੋਚੇ ਆਪਣੇ ਕੋਲ ਜੋ ਥੋੜੇ ਪੈਸੇ ਸਨ ਉਹ ਉਸ ਪਰਿਵਾਰ ਨੂੰ ਦੇ ਦਿੱਤੇ। ਫਿਰ ਉਸਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਅਤੇ ਮੁਹੱਲੇ ਵਿੱਚ ਇੱਕ ਛੋਟੀ ਜਿਹੀ ਚੰਦਾ ਇਕੱਤਰ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਲੋਕ ਜੁੜਦੇ ਗਏ। ਜੋ ਲੋਕ ਕੱਲ ਤੱਕ ਚੁੱਪਚਾਪ ਬੈਠੇ ਸਨ ਉਹ ਵੀ ਅੱਗੇ ਆਉਣ ਲੱਗੇ। ਸਭ ਨੂੰ ਰਿਤਿਕ ਦੀ ਹਿੰਮਤ ਨੇ ਪ੍ਰੇਰਿਤ ਕੀਤਾ। ਅੰਤ ਵਿੱਚ ਇੰਨਾ ਪੈਸਾ ਇਕੱਠਾ ਹੋ ਗਿਆ ਕਿ ਉਸ ਪਰਿਵਾਰ ਦੇ ਘਰ ਦੀਆਂ ਮੁਸ਼ਕਿਲਾਂ ਕੁਝ ਹੱਦ ਤੱਕ ਹੱਲ ਹੋ ਗਈਆਂ। ਉਸ ਰਾਤ ਰਿਤਿਕ ਛੱਤ ਤੇ ਬੈਠਾ ਅਸਮਾਨ ਵੱਲ ਦੇਖ ਰਿਹਾ ਸੀ। ਉਸਦੇ ਮਨ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ। ਉਸਨੇ ਸੋਚਿਆ, ਜੇ ਮੈਂ ਡਰ ਅਤੇ ਸ਼ੱਕ ਕਾਰਨ ਕਦਮ ਪਿੱਛੇ ਖਿੱਚ ਲੈਂਦਾ ਤਾਂ ਇਹ ਸਭ ਕਦੇ ਨਹੀਂ ਹੁੰਦਾ। ਉਸਨੂੰ ਸਮਝ ਆ ਗਿਆ ਕਿ ਡਰ ਅਤੇ ਸ਼ੱਕ ਸਦਾ ਰਹਿਣਗੇ, ਪਰ ਉਹਨਾਂ ਨੂੰ ਹਰਾਉਣ ਦਾ ਤਰੀਕਾ ਐਕਸ਼ਨ ਹੈ। ਜਦੋਂ ਇਨਸਾਨ ਕੰਮ ਕਰਦਾ ਹੈ ਉਦੋਂ ਹੀ ਡਰ ਅਤੇ ਸ਼ੱਕ ਪਿੱਛੇ ਹਟਦੇ ਹਨ। ਕੁਝ ਦਿਨ ਬਾਅਦ ਰਿਤਿਕ ਨੂੰ ਇੱਕ ਹੋਰ ਵੱਡੀ ਸਿੱਖ ਮਿਲੀ। ਉਸਦੇ ਦਫ਼ਤਰ ਵਿੱਚ ਇੱਕ ਪ੍ਰੋਜੈਕਟ ਆਇਆ ਜਿਸ ਨੂੰ ਸੰਭਾਲਣ ਤੋਂ ਸਾਰੇ ਡਰ ਰਹੇ ਸਨ। ਬੌਸ ਨੇ ਕਿਹਾ, ਇਹ ਮੁਸ਼ਕਿਲ ਕੰਮ ਹੈ, ਇਸ ਵਿੱਚ ਜ਼ਿੰਮੇਵਾਰੀ ਵੀ ਵੱਡੀ ਹੈ ਅਤੇ ਅਸਫਲ ਹੋਏ ਤਾਂ ਸਭ ਦੀਆਂ ਨਜ਼ਰਾਂ ਸਾਡੇ ਉੱਤੇ ਹੋਣਗੀਆਂ। ਰਿਤਿਕ ਦੇ ਅੰਦਰ ਫਿਰ ਉਹੀ ਪੁਰਾਣਾ ਡਰ ਉੱਠਣ ਲੱਗਾ। ਪਰ ਇਸ ਵਾਰੀ ਉਸਨੇ ਖੁਦ ਨੂੰ ਰੋਕਿਆ ਅਤੇ ਕਿਹਾ, ਜੇ ਮੈਂ ਫਿਰ ਡਰ ਕੇ ਪਿੱਛੇ ਭੱਜਿਆ ਤਾਂ ਮੈਂ ਉਹੀ ਪੁਰਾਣਾ ਰਿਤਿਕ ਬਣ ਜਾਵਾਂਗਾ। ਮੈਨੂੰ ਇਹ ਮੌਕਾ ਫੜਨਾ ਚਾਹੀਦਾ ਹੈ। ਉਸਨੇ ਹਿੰਮਤ ਕਰਕੇ ਹੱਥ ਉਠਾਇਆ ਅਤੇ ਕਿਹਾ, ਮੈਂ ਕੋਸ਼ਿਸ਼ ਕਰਦਾ ਹਾਂ। ਸ਼ੁਰੂ ਵਿੱਚ ਬਹੁਤ ਮੁਸ਼ਕਿਲਾਂ ਆਈਆਂ। ਕਈ ਵਾਰ ਲੱਗਾ ਕਿ ਸ਼ਾਇਦ ਉਸਨੇ ਗਲਤ ਕਦਮ ਉਠਾ ਲਿਆ। ਪਰ ਹੌਲੀ-ਹੌਲੀ ਉਸਨੇ ਸਿੱਖਿਆ ਕਿ ਡਰ ਤੇ ਜਿੱਤ ਤਦੋਂ ਮਿਲਦੀ ਹੈ ਜਦੋਂ ਇਨਸਾਨ ਚੱਲਦਾ ਰਹਿੰਦਾ ਹੈ ਅਤੇ ਪ੍ਰੋਜੈਕਟ ਸਫਲ ਰਿਹਾ। ਉਸ ਦਿਨ ਰਿਤਿਕ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਡਰ ਸਿਰਫ ਇੱਕ ਭਰਮ ਹੈ ਅਤੇ ਜਦੋਂ ਇਨਸਾਨ ਉਸ ਭਰਮ ਦੇ ਪਾਰ ਕਦਮ ਰੱਖਦਾ ਹੈ ਤਾਂ ਸਾਹਮਣੇ ਨਵੇਂ ਰਸਤੇ ਖੁੱਲ੍ਹਦੇ ਹਨ। ਇੱਕ ਐਤਵਾਰ ਨੂੰ ਰਿਤਿਕ ਗਿਆ। ਟੀ ਨੇ ਪ੍ਰਵਚਨ ਵਿੱਚ ਕਿਹਾ, ਡਰ, ਸ਼ੱਕ ਅਤੇ ਟਾਲ-ਮਟੋਲ ਸ਼ੈਤਾਨ ਦੇ ਹਥਿਆਰ ਹਨ। ਉਹ ਇਹਨਾਂ ਰਾਹੀਂ ਤੁਹਾਨੂੰ ਰੋਕਦਾ ਹੈ ਤਾਂ ਜੋ ਤੁਸੀਂ ਭਗਵਾਨ ਦੇ ਉਦੇਸ਼ ਨੂੰ ਪੂਰਾ ਨਾ ਕਰ ਸਕੋ। ਪਰ ਯਾਦ ਰੱਖੋ, ਰੱਬ ਕਹਿੰਦਾ ਹੈ, ਡਰੋ ਨਹੀਂ ਕਿਉਂਕਿ ਮੈਂ ਤੇਰੇ ਨਾਲ ਹਾਂ। ਨਿਰਾਸ਼ ਨਾ ਹੋ ਕਿਉਂਕਿ ਮੈਂ ਤੇਰਾ ਪਰਮੇਸ਼ਵਰ ਹਾਂ। ਮੈਂ ਤੈਨੂੰ ਬਲ ਦਿਆਂਗਾ ਅਤੇ ਤੇਰੀ ਮਦਦ ਕਰਾਂਗਾ। ਇਹ ਸੁਣ ਕੇ ਰਿਤਿਕ ਨੂੰ ਲੱਗਾ ਕਿ ਇਹ ਤਾਂ ਜਿਵੇਂ ਸਿੱਧਾ ਹੀ ਉਸਦੇ ਲਈ ਕਿਹਾ ਗਿਆ ਹੋਵੇ। ਉਸਨੇ ਸਮਝ ਲਿਆ ਕਿ ਜਦ ਤੱਕ ਰੱਬ ਤੇ ਭਰੋਸਾ ਰਹੇਗਾ ਤਦ ਤੱਕ ਡਰ ਉਸ ਤੇ ਹਾਵੀ ਨਹੀਂ ਹੋ ਸਕਦਾ। ਉਸ ਦਿਨ ਤੋਂ ਹੀ ਉਸਨੇ ਇੱਕ ਨਿਯਮ ਬਣਾਇਆ, ਜਦ ਵੀ ਡਰ ਜਾਂ ਸ਼ੱਕ ਮਨ ਵਿੱਚ ਆਵੇ ਉਹ ਰੁਕੇਗਾ, ਪ੍ਰਾਰਥਨਾ ਕਰੇਗਾ, ਫਿਰ ਤੁਰੰਤ ਕੋਈ ਛੋਟਾ ਜਿਹਾ ਕਦਮ ਉਠਾਏਗਾ। ਹੌਲੀ-ਹੌਲੀ ਉਸਦੀ ਆਦਤ ਬਣ ਗਈ। ਹੁਣ ਜਦ ਵੀ ਉਸਨੂੰ ਕੋਈ ਨਵਾਂ ਮੌਕਾ ਮਿਲਦਾ ਉਹ ਟਾਲ-ਮਟੋਲ ਨਹੀਂ ਕਰਦਾ। ਚਾਹੇ ਛੋਟਾ ਹੀ ਕਦਮ ਕਿਉਂ ਨਾ ਹੋਵੇ, ਉਹ ਤੁਰੰਤ ਕੰਮ ਸ਼ੁਰੂ ਕਰ ਦਿੰਦਾ। ਉਸਨੇ ਮਹਿਸੂਸ ਕੀਤਾ ਕਿ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਡਰ ਦੇ ਬਾਵਜੂਦ ਪਹਿਲਾਂ ਕਦਮ ਉਠਾਉਂਦੇ ਹਨ। ਇੱਕ ਵਾਰੀ ਰਿਤਿਕ ਦੀ ਮੁਲਾਕਾਤ ਇੱਕ ਛੋਟੇ ਬੱਚੇ ਨਾਲ ਹੋਈ। ਬੱਚਾ ਸਾਈਕਲ ਚਲਾਉਣਾ ਸਿੱਖ ਰਿਹਾ ਸੀ ਪਰ ਬਾਰ-ਬਾਰ ਡਿੱਗ ਰਿਹਾ ਸੀ। ਉਹ ਰੋਂਦਾ ਹੋਇਆ ਕਹਿੰਦਾ ਹੈ, ਮੈਨੂੰ ਡਰ ਲੱਗ ਰਿਹਾ ਹੈ। ਰਿਤਿਕ ਨੇ ਮੁਸਕਰਾਉਂਦੇ ਹੋਏ ਕਿਹਾ, ਜੇ ਤੂੰ ਡਰ ਦੇ ਕਾਰਨ ਰੁਕ ਜਾਵੇਂਗਾ ਤਾਂ ਕਦੇ ਵੀ ਸਾਈਕਲ ਚਲਾਉਣਾ ਨਹੀਂ ਸਿੱਖੇਗਾ। ਡਿੱਗਣਾ ਤਾਂ ਸੀੜੀ ਹੈ ਮੰਜ਼ਿਲ ਦੀ। ਬੱਚਾ ਫਿਰ ਉੱਠਿਆ ਅਤੇ ਹੌਲੀ-ਹੌਲੀ ਆਪਣਾ ਸੰਤੁਲਨ ਬਣਾਉਣ ਲੱਗਾ।
ਉਸ ਬੱਚੇ ਨੂੰ ਦੇਖ ਕੇ ਰਿਤਿਕ ਨੂੰ ਲੱਗਾ ਕਿ ਇਹੀ ਤਾਂ ਅਸਲੀ ਜ਼ਿੰਦਗੀ ਹੈ। ਡਰ ਸਭ ਨੂੰ ਲੱਗਦਾ ਹੈ, ਪਰ ਅੱਗੇ ਵਧਣਾ ਉਹੀ ਸਿੱਖਦਾ ਹੈ ਜੋ ਹਾਰ ਨਹੀਂ ਮੰਨਦਾ। ਲੋਕ ਕਹਿੰਦੇ ਸਨ ਕਿ ਰਿਤਿਕ ਪਹਿਲਾਂ ਡਰਪੋਕ ਸੀ, ਹੁਣ ਉਹ ਬਦਲ ਗਿਆ ਹੈ, ਪਰ ਰਿਤਿਕ ਜਾਣਦਾ ਸੀ ਕਿ ਉਹ ਅਜੇ ਵੀ ਇੱਕ ਇਨਸਾਨ ਹੈ ਅਤੇ ਡਰ ਹਾਲੇ ਵੀ ਉਸ ਦੇ ਨਾਲ ਹੈ। ਫਰਕ ਸਿਰਫ ਇਹ ਹੈ ਕਿ ਹੁਣ ਡਰ ਉਸਦੀ ਜ਼ਿੰਦਗੀ ਦਾ ਮਾਲਿਕ ਨਹੀਂ, ਬਲਕਿ ਉਹ ਖੁਦ ਡਰ ਤੋਂ ਉੱਪਰ ਉੱਠ ਚੁੱਕਾ ਹੈ। ਉਸਨੇ ਸਮਝ ਲਿਆ ਸੀ ਕਿ ਡਰ, ਸ਼ੱਕ ਅਤੇ ਟਾਲ-ਮਟੋਲ ਹਮੇਸ਼ਾ ਰਹਿਣਗੇ, ਪਰ ਰੱਬ ਤੇ ਭਰੋਸਾ ਅਤੇ ਹਿੰਮਤ ਭਰੇ ਕਦਮ ਇਨਸਾਨ ਨੂੰ ਅੱਗੇ ਵਧਾਉਂਦੇ ਹਨ। ਹਰ ਵਾਰੀ ਜਦੋਂ ਉਹ ਕੋਈ ਨਵਾਂ ਕਦਮ ਉਠਾਉਂਦਾ ਤਾਂ ਉਸਦੇ ਮਨ ਵਿੱਚ ਇਹੀ ਆਵਾਜ਼ ਗੂੰਜਦੀ, ਡਰ ਨਾ, ਕਿਉਂਕਿ ਮੈਂ ਤੇਰੇ ਨਾਲ ਹਾਂ। ਉਸ ਰਾਤ ਰਿਤਿਕ ਨੇ ਡਾਇਰੀ ਵਿੱਚ ਲਿਖਿਆ, ਅੱਜ ਮੈਂ ਡਰ ਨੂੰ ਹਰਾਉਣ ਲਈ ਰੱਬ ਦਾ ਸ਼ੁਕਰ ਅਦਾ ਕਰਦਾ ਹਾਂ। ਹੁਣ ਮੈਨੂੰ ਸਮਝ ਆ ਗਿਆ ਕਿ ਮੇਰੀ ਜ਼ਿੰਦਗੀ ਦਾ ਉਦੇਸ਼ ਡਰ ਤੋਂ ਭੱਜਣਾ ਨਹੀਂ, ਬਲਕਿ ਉਸ ਦਾ ਸਾਹਮਣਾ ਕਰਨਾ ਹੈ। ਅਤੇ ਜਦੋਂ ਮੈਂ ਰੱਬ ਤੇ ਭਰੋਸਾ ਕਰਦਾ ਹਾਂ, ਤਦੋਂ ਡਰ ਪਿਘਲ ਜਾਂਦਾ ਹੈ ਅਤੇ ਦੂਰ ਭੱਜ ਜਾਂਦਾ ਹੈ, ਜਿਵੇਂ ਸੂਰਜ ਦੀ ਗਰਮੀ ਨਾਲ ਬਰਫ਼ ਪਿਘਲਦੀ ਹੈ। ਰਿਤਿਕ ਦੀ ਜ਼ਿੰਦਗੀ ਹੁਣ ਇੱਕ ਨਵੀਂ ਦਿਸ਼ਾ ਪਕੜ ਰਹੀ ਸੀ। ਉਸਨੇ ਡਰ, ਸ਼ੱਕ ਅਤੇ ਟਾਲ-ਮਟੋਲ ਦੇ ਕਾਫੀ ਹੱਦ ਤੱਕ ਜਿੱਤ ਹਾਸਲ ਕਰ ਲਈ ਸੀ, ਪਰ ਉਸਦੇ ਮਨ ਵਿੱਚ ਹਾਲੇ ਵੀ ਇੱਕ ਸਵਾਲ ਵਾਰ-ਵਾਰ ਉੱਠਦਾ ਸੀ, ਆਖਿਰ ਮੇਰਾ ਅਸਲੀ ਉਦੇਸ਼ ਕੀ ਹੈ? ਮੈਨੂੰ ਕਿਸ ਦਿਸ਼ਾ ਵਿੱਚ ਵਧਣਾ ਚਾਹੀਦਾ ਹੈ? ਰੋਜ਼ਮर्रा ਦੇ ਛੋਟੇ-ਛੋਟੇ ਚੰਗੇ ਕੰਮ ਕਰਕੇ ਉਸਨੂੰ ਸ਼ਾਂਤੀ ਤਾਂ ਮਿਲਦੀ ਸੀ, ਪਰ ਕਿਤੇ ਨਾ ਕਿਤੇ ਉਹ ਮਹਿਸੂਸ ਕਰਦਾ ਸੀ ਕਿ ਉਸਦੇ ਅੰਦਰ ਕੁਝ ਹੋਰ ਵੀ ਹੈ, ਕੁਝ ਐਸਾ ਜੋ ਰੱਬ ਨੇ ਖਾਸ ਉਸਦੇ ਲਈ ਰੱਖਿਆ ਹੈ। ਇੱਕ ਸ਼ਾਮ ਰਿਤਿਕ ਪਾਰਕ ਵਿੱਚ ਬੈਠਾ ਸੀ। ਉੱਥੇ ਉਸਨੇ ਦੇਖਿਆ ਕਿ ਕੁਝ ਲੜਕੇ ਕ੍ਰਿਕਟ ਖੇਡ ਰਹੇ ਸਨ। ਇੱਕ ਲੜਕਾ ਬਾਰ-ਬਾਰ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦਾ, ਪਰ ਹਰ ਵਾਰੀ ਅਸਫਲ ਹੋ ਜਾਂਦਾ। ਦੂਜੇ ਖਿਡਾਰੀ ਉਸ ਤੇ ਹੱਸਣ ਲੱਗੇ। ਤਦ ਰਿਤਿਕ ਦੇ ਮਨ ਵਿੱਚ ਆਇਆ ਕਿ ਉਹੀ ਡਰ, ਉਹੀ ਸ਼ੱਕ, ਉਹੀ ਮਜ਼ਾਕ, ਇਹ ਸਭ ਉਸਨੇ ਵੀ ਝੇਲੇ ਹਨ, ਪਰ ਜੇ ਉਸ ਲੜਕੇ ਨੂੰ ਕੋਈ ਸਹੀ ਦਿਸ਼ਾ ਦਿਖਾਵੇ ਤਾਂ ਸ਼ਾਇਦ ਉਹ ਵੀ ਚੰਗਾ ਖਿਡਾਰੀ ਬਣ ਸਕਦਾ ਹੈ। ਰਿਤਿਕ ਉੱਠਿਆ ਅਤੇ ਉਸਦੇ ਕੋਲ ਗਿਆ ਤੇ ਕਿਹਾ, ਦੇਖ, ਤੂੰ ਬਾਰ-ਬਾਰ ਗਲਤ ਸ਼ਾਟ ਮਾਰ ਰਿਹਾ ਹੈ, ਕੋਸ਼ਿਸ਼ ਕਰ, ਬੱਲਾ ਥੋੜਾ ਸਿੱਧਾ ਰੱਖ ਅਤੇ ਧਿਆਨ ਗੇਂਦ ਤੇ ਰੱਖ। ਲੜਕੇ ਨੇ ਇਹੀ ਕੀਤਾ। ਇਸ ਵਾਰੀ ਗੇਂਦ ਦੂਰ ਚਲੀ ਗਈ। ਬਾਕੀ ਸਾਰੇ ਦੋਸਤ ਹੈਰਾਨ ਰਹਿ ਗਏ। ਉਸ ਪਲ ਰਿਤਿਕ ਨੂੰ ਸਮਝ ਆ ਗਿਆ ਕਿ ਉਸਨੂੰ ਲੋਕਾਂ ਨੂੰ ਗਾਈਡ ਕਰਨਾ ਚੰਗਾ ਲੱਗਦਾ ਹੈ, ਉਸਨੂੰ ਸਿਖਾਉਣਾ ਚੰਗਾ ਲੱਗਦਾ ਹੈ। ਉਹ ਆਪਣੇ ਅਨੁਭਵ ਲੋਕਾਂ ਨਾਲ ਸਾਂਝੇ ਕਰਕੇ ਸਕੂਨ ਮਹਿਸੂਸ ਕਰਦਾ ਹੈ। ਉਹ ਘਰ ਆਇਆ ਅਤੇ ਸੋਚਣ ਲੱਗਾ, ਸ਼ਾਇਦ ਇਹੀ ਮੇਰੀ ਤਾਕਤ ਹੈ। ਰੱਬ ਨੇ ਮੈਨੂੰ ਇਹੀ ਗਿਫਟ ਦਿੱਤਾ ਹੈ, ਲੋਕਾਂ ਨੂੰ ਸਮਝਾਉਣਾ ਅਤੇ ਉਹਨਾਂ ਦਾ ਹੌਸਲਾ ਵਧਾਉਣਾ। ਕੁਝ ਦਿਨ ਬਾਅਦ ਉਸਦੇ ਦਫ਼ਤਰ ਵਿੱਚ ਇੱਕ ਨਵੀਂ ਕੁੜੀ ਆਈ। ਉਸਨੂੰ ਕੰਮ ਸਮਝਣ ਵਿੱਚ ਮੁਸ਼ਕਿਲ ਆ ਰਹੀ ਸੀ। ਬਾਕੀ ਲੋਕ ਉਸਨੂੰ ਇਗਨੋਰ ਕਰ ਰਹੇ ਸਨ। ਰਿਤਿਕ ਨੇ ਸਮਾਂ ਕੱਢ ਕੇ ਉਸਨੂੰ ਸਿਖਾਇਆ। ਰਿਤਿਕ ਨੇ ਧੀਰਜ ਨਾਲ ਹਰ ਇੱਕ ਕਦਮ ਸਮਝਾਇਆ। ਹੌਲੀ-ਹੌਲੀ ਉਹ ਕੁੜੀ ਕੰਮ ਵਿੱਚ ਬਿਹਤਰ ਹੋਣ ਲੱਗੀ। ਇੱਕ ਦਿਨ ਉਸਨੇ ਰਿਤਿਕ ਨੂੰ ਕਿਹਾ, ਤੁਹਾਡੇ ਬਿਨਾਂ ਮੈਂ ਸ਼ਾਇਦ ਇਹ ਸਭ ਨਹੀਂ ਸਿੱਖ ਪਾਉਂਦੀ। ਤੁਸੀਂ ਮੈਨੂੰ ਸਿਰਫ ਕੰਮ ਨਹੀਂ ਸਿਖਾਇਆ, ਬਲਕਿ ਖੁਦ ਤੇ ਭਰੋਸਾ ਕਰਨਾ ਵੀ ਸਿਖਾਇਆ। ਇਹ ਸੁਣ ਕੇ ਰਿਤਿਕ ਦਾ ਦਿਲ ਭਰ ਆਇਆ। ਉਸਨੂੰ ਮਹਿਸੂਸ ਹੋਇਆ ਕਿ ਜਦੋਂ ਉਹ ਆਪਣਾ ਗਿਫਟ ਲੋਕਾਂ ਨੂੰ ਗਾਈਡ ਕਰਨ ਵਿੱਚ ਵਰਤਦਾ ਹੈ, ਉਸ ਸਮੇਂ ਉਹ ਸੱਚਮੁੱਚ ਜ਼ਿੰਦਗੀ ਨੂੰ ਮਹਿਸੂਸ ਕਰਦਾ ਹੈ। ਹੁਣ ਰਿਤਿਕ ਨੇ ਫੈਸਲਾ ਕਰ ਲਿਆ ਕਿ ਉਹ ਦੂਜਿਆਂ ਦੀ ਤਰ੍ਹਾਂ ਨਕਲ ਕਰਨ ਦੇ ਪਿੱਛੇ ਨਹੀਂ ਦੌੜੇਗਾ। ਪਹਿਲਾਂ ਉਹ ਅਕਸਰ ਸੋਚਦਾ ਸੀ ਕਿ ਵੇਖੋ, ਉਹ ਬੰਦਾ ਕਿੰਨਾ ਪੈਸਾ ਕਮਾ ਰਿਹਾ ਹੈ, ਮੈਨੂੰ ਵੀ ਉਹੀ ਕਰਨਾ ਚਾਹੀਦਾ ਹੈ। ਜਾਂ ਫਿਰ ਉਹ ਦੋਸਤ ਬਿਜ਼ਨਸ ਕਰ ਰਿਹਾ ਹੈ, ਸ਼ਾਇਦ ਮੈਨੂੰ ਵੀ ਬਿਜ਼ਨਸ ਹੀ ਕਰਨਾ ਚਾਹੀਦਾ ਹੈ। ਪਰ ਹੁਣ ਉਸਨੂੰ ਸਮਝ ਆ ਗਿਆ ਸੀ ਕਿ ਰੱਬ ਨੇ ਹਰ ਇਨਸਾਨ ਨੂੰ ਵੱਖਰਾ ਬਣਾਇਆ ਹੈ। ਜੇ ਹਰ ਕੋਈ ਦੂਜਿਆਂ ਦੀ ਨਕਲ ਕਰੇਗਾ ਤਾਂ ਅਸਲੀ ਮਕਸਦ ਕਦੇ ਪੂਰਾ ਨਹੀਂ ਹੋਵੇਗਾ। ਗੱਲ ਹੈ ਆਪਣੇ ਗਿਫਟ ਅਤੇ ਪੈਸ਼ਨ ਨੂੰ ਪਛਾਣਨਾ ਅਤੇ ਉਸੇ ਦਿਸ਼ਾ ਵਿੱਚ ਕਦਮ ਵਧਾਉਣਾ। ਰਿਤਿਕ ਨੇ ਇੱਕ ਛੋਟਾ ਜਿਹਾ ਕਦਮ ਲਿਆ। ਉਸਨੇ ਮੁਹੱਲੇ ਦੇ ਬੱਚਿਆਂ ਨੂੰ ਸ਼ਾਮ ਨੂੰ ਮੁਫਤ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਸਿਰਫ 4-5 ਬੱਚੇ ਸਨ, ਪਰ ਹੌਲੀ-ਹੌਲੀ ਖਬਰ ਫੈਲੀ ਅਤੇ ਬੱਚੇ ਵਧਣ ਲੱਗੇ। ਉਹ ਨਾ ਸਿਰਫ ਉਹਨਾਂ ਨੂੰ ਪੜ੍ਹਾਉਂਦਾ, ਬਲਕਿ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਕਰਦਾ, ਉਹਨਾਂ ਦੇ ਸੁਪਨਿਆਂ ਬਾਰੇ ਸੁਣਦਾ। ਬੱਚਿਆਂ ਦੀਆਂ ਅੱਖਾਂ ਵਿੱਚ ਚਮਕ ਦੇਖ ਕੇ ਰਿਤਿਕ ਨੂੰ ਲੱਗਦਾ ਕਿ ਸ਼ਾਇਦ ਇਹੀ ਉਸਦਾ ਅਸਲੀ ਰਸਤਾ ਹੈ। ਇੱਕ ਦਿਨ ਉਸਦੀ ਮੁਲਾਕਾਤ ਇੱਕ ਪੁਰਾਣੇ ਦੋਸਤ ਨਾਲ ਹੋਈ। ਉਹ ਦੋਸਤ ਬਿਜ਼ਨਸ ਵਿੱਚ ਬਹੁਤ ਸਫਲ ਹੋ ਚੁੱਕਾ ਸੀ ਅਤੇ ਸ਼ਾਨਦਾਰ ਕਾਰ ਵਿੱਚ ਫਿਰ ਰਿਹਾ ਸੀ। ਉਸਨੇ ਰਿਤਿਕ ਦਾ ਮਜ਼ਾਕ ਬਣਾਇਆ, ਅਰੇ ਯਾਰ, ਤੂੰ ਹਾਲੇ ਵੀ ਬੱਚਿਆਂ ਨੂੰ ਮੁਫਤ ਪੜ੍ਹਾ ਰਿਹਾ ਹੈ, ਇਸ ਵਿੱਚ ਕੀ ਖਾਸ ਹੈ? ਮੇਰੀ ਤਰ੍ਹਾਂ ਕੋਈ ਵੱਡਾ ਕੰਮ ਕਰ ਅਤੇ ਪੈਸਾ ਕਮਾ। ਉਸ ਸਮੇਂ ਰਿਤਿਕ ਨੇ ਥੋੜਾ ਸੋਚਿਆ। ਉਸਨੂੰ ਲੱਗਾ ਕਿ ਸੱਚਮੁੱਚ ਮੈਂ ਬੇਵਕੂਫ ਹਾਂ। ਲੋਕ ਪੈਸੇ ਅਤੇ ਸ਼ੌਹਰਤ ਦੇ ਪਿੱਛੇ ਦੌੜ ਰਹੇ ਹਨ, ਮੈਂ ਬੱਚਿਆਂ ਦੇ ਵਿੱਚ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ। ਪਰ ਉਸੇ ਸ਼ਾਮ ਇੱਕ ਬੱਚਾ ਰਵੀ ਉਸਦੇ ਕੋਲ ਆਇਆ ਅਤੇ ਕਿਹਾ, ਵੀਰੇ, ਮੈਂ ਤੁਹਾਡੇ ਕਾਰਨ ਪਹਿਲੀ ਵਾਰ ਮੈਥਮੈਟਿਕਸ ਦਾ ਟੈਸਟ ਪਾਸ ਕੀਤਾ ਹੈ। ਮੇਰੀ ਮਾਂ ਬਹੁਤ ਖੁਸ਼ ਹੈ। ਇਹ ਸੁਣ ਕੇ ਰਿਤਿਕ ਦੀ ਸਾਰੀ ਉਲਝਣ ਦੂਰ ਹੋ ਗਈ। ਉਸਨੇ ਸੋਚਿਆ, ਜੇ ਮੇਰਾ ਸਿਖਾਉਣਾ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ ਤਾਂ ਇਹੀ ਸਭ ਤੋਂ ਵੱਡੀ ਸਫਲਤਾ ਹੈ। ਹੌਲੀ-ਹੌਲੀ ਰਿਤਿਕ ਨੇ ਆਪਣੇ ਪੈਸ਼ਨ ਨੂੰ ਹੋਰ ਗਹਿਰਾਈ ਨਾਲ ਸਮਝਿਆ। ਉਸਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੁਦ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ।
ਉਸਨੂੰ ਮਹਿਸੂਸ ਹੋਇਆ ਕਿ ਰੱਬ ਨੇ ਉਸਨੂੰ ਸਿਰਫ ਸਿਖਾਉਣ ਦਾ ਗਿਫਟ ਹੀ ਨਹੀਂ ਦਿੱਤਾ, ਬਲਕਿ ਸੁਣਨ ਦਾ ਗਿਫਟ ਵੀ ਦਿੱਤਾ ਹੈ। ਲੋਕ ਉਸਦੇ ਕੋਲ ਆ ਕੇ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਅਤੇ ਰਿਤਿਕ ਧੀਰਜ ਨਾਲ ਸੁਣਦਾ। ਦੋਸਤੋ, ਇਹ ਸੀ ਸਾਡੀ ਅੱਜ ਦੀ ਬੁੱਕ ਸਮਰੀ। ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਧੰਨਵਾਦ ਤੁਹਾਡਾ ਸਮਰੀ ਅੰਤ ਤੱਕ ਸੁਣਨ ਲਈ।